ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। हमें अब गुण भरे एक गुण नहीं, अमृत छाट बिखै बिख खाही। माया मोह परम पै भुले, सुत दारा स्यों प्रीत लगाए। एको तुम पंथ सुनियो गुर संगत, तह मिलंत जम त्रास मटाई। एक अरदास पाठ कीरत की, गुर रामदास राखो शरनाई। गुरबाणी गावो पाई, ओह सफल सदा सुखदाई। गुरबाणी गुरबाणी गावो गुरबाणी। 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 गुरबाणी 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 गुरबाणी। गुरबाणी गुरबाणी ओ गुरबाणी गुरबाणी। गुरबाणी 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 गुरबाणी। गुरबाणी 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 गुरबाणी। गुरबाणी 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 गुरबाणी। गुरबाणी गुरबाणी गाव गुरबाणी। गुरबाणी गुरबाणी गाव गुरबाणी। गुरबाणी गुरबाणी गावो गुरबाणी। गुरबाणी गुरबाणी गावो गुरबाणी। गुरबाणी गुरबाणी गावो गुरबाणी। गुरबाणी गुरबाणी गावो गुरबाणी। गुरबाणी गावो पाई, ओ सफल सदा सुखदाई। आयो पढ़न सुनन को बाणी।
आयो पढ़न सुनन को बाणी, नाम विसार लगे अन लालच, बिरथ जन्म प्राणी। वाहिगुरु 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 वाहिगुरु, जपो वाहिगुरु 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 वाहिगुरु, वाहिगुरु 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 वाहिगुरु, वाहिगुरु 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 वाहिगुरु, जपो वाहिगुरु 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 वाहिगुरु, वाहिगुरु 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 वाहिगुरु, वाहिगुरु 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 वाहिगुरु, जपो सारे जपो वाहिगुरु 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 वाहिगुरु, मिलके मिलके वाहिगुरु 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 वाहिगुरु। हो बाणी गुरु ते गुरु है बाणी, बाणी है स्वरूप गुरां दा, गुरु ते गुरु है बाणी, बाणी है स्वरूप गुरां दा, गुरु ते गुरु है बाणी, बाणी है स्वरूप गुरां दा, बाणी गुरु ते गुरु है बाणी, बाणी है स्वरूप गुरां दा, बाणी गुरु ते गुरु है बाणी, बाणी है स्वरूप गुरां दा, बाणी गुरु ते गुरु है बाणी, बाणी है स्वरूप गुरां दा, बाणी है जी 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 स्वरूप गुरां दा, बाणी
ਭੱਜ ਕੇ ਭੈਣਾ। ਸਰੂਪ ਗੁਰਾਂ ਦਾ ਬਾਣੀ ਗੁਰੂ ਤੇ ਗੁਰੂ ਹੈ, ਬਾਣੀ ਗੁਰੂ ਹੈ, ਬਾਣੀ ਬਾਣੀ ਹੈ ਸਰੂਪ ਗੁਰਾਂ ਦਾ। ਬਾਣੀ ਗੁਰੂ ਤੇ ਗੁਰੂ ਹੈ, ਬਾਣੀ ਬਾਣੀ ਹੈ ਸਰੂਪ ਗੁਰਾਂ ਦਾ। ਬਾਣੀ ਗੁਰੂ ਤੇ ਗੁਰੂ ਹੈ, ਬਾਣੀ ਬਾਣੀ ਹੈ ਸਰੂਪ ਗੁਰਾਂ ਦਾ। ਬਾਣੀ ਗੁਰੂ ਤੇ ਗੁਰੂ ਹੈ, ਬਾਣੀ ਬਾਣੀ ਹੈ ਸਰੂਪ ਗੁਰਾਂ ਦਾ। ਬਾਣੀ ਗੁਰੂ ਤੇ ਗੁਰੂ ਹੈ, ਬਾਣੀ ਬਾਣੀ ਹੈ ਸਰੂਪ ਗੁਰਾਂ ਦਾ। ਬਾਣੀ ਗੁਰੂ ਤੇ ਗੁਰੂ ਹੈ, ਬਾਣੀ ਬਾਣੀ ਹੈ ਸਰੂਪ ਗੁਰਾਂ ਦਾ। ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਸੇਵਕ ਜਨ ਮਨ ਪ੍ਰਕਾਸ਼ ਗੁਰੂ ਵਿਸਤਾਰੇ। ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ, ਆਓ ਸੁਭਾਗੀਆਂ ਘੜੀਆਂ ਪ੍ਰਾਪਤ ਹੋਈਆਂ ਨੇ, ਸੁਭਾਗ ਸਮਾਂ ਪ੍ਰਾਪਤ ਹੋਇਆ। ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਦੁਹਰਾਈਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਜਿੰਨੀਆਂ ਵੀ ਸੰਗਤਾਂ, ਜਿੰਨੀਆਂ ਵੀ ਰੂਹਾਂ ਆਪਾਂ ਹਾਜ਼ਰੀ ਲਵਾ ਰਹੇ ਹਾਂ, ਜਿੱਥੇ ਸਰੀਰ ਕਰਕੇ ਬੈਠੇ ਹਾਂ, ਜਿੱਥੇ ਦੇਹ ਕਰਕੇ ਬੈਠੇ ਹਾਂ, ਉੱਥੇ ਮਨ ਕਰਕੇ ਵੀ ਬੈਠੀਏ, ਕਿਉਂਕਿ ਮਨ ਦੀਆਂ ਹਾਜ਼ਰੀਆਂ ਲੱਗਦੀਆਂ। ਆਓ ਸਮੂਹ ਸੰਗਤਾਂ ਮਨ ਇਕਾਗਰ ਕਰਕੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਦੁਹਰਾਓ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਨ ਮਹਾਨ ਕਿਰਪਾ ਬਖਸ਼ਿਸ਼ ਹੋਈ ਹੈ ਸਾਡੇ ਸਾਰਿਆਂ ਤੇ। ਅਸੀਂ ਤੁਸੀਂ ਜੋ ਮਿਲ ਕੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਸਤਿਗੁਰਾਂ ਦੇ ਗੁਣ ਗਾ ਰਹੇ ਹਾਂ। ਇਹ ਤੇ ਗੁਰੂ ਨਾਨਕ ਦਾ ਗਿੱਧਾ, ਭਾਵੇਂ ਪੁੱਠਾ ਭਾਵੇਂ ਸਿੱਧਾ, ਕਿਸੇ ਨੇ ਕਿਸੇ ਤਰ੍ਹਾਂ ਗੁਣ ਗਾਏ ਨੇ, ਕਿਸੇ ਨੇ ਕਿਸੇ ਤਰ੍ਹਾਂ ਗੁਣ ਗਾਏ ਨੇ, ਕਿਸੇ ਨੇ ਪ੍ਰਮਾਤਮਾ ਨੂੰ ਕਿਸੇ ਹੋਰ ਤਰੀਕੇ ਨਾਲ ਪ੍ਰਗਟ ਕੀਤਾ ਹੈ, ਕਿਸੇ ਨੇ ਧੰਨੇ ਵਰਗੇ ਨੇ ਪੱਥਰਾਂ 'ਚ ਹੀ ਪਾ ਲਿਆ। ਹੁਣ ਜੇ ਆਪਾਂ ਆਖਦੇ ਹਾਂ ਵੀ ਧੰਨੇ ਨੇ, ਭਗਤ ਧੰਨਾ ਜੀ ਨੇ ਪੱਥਰਾਂ ਵਿੱਚੋਂ ਪਾ ਲਿਆ। ਭਗਤ ਧੰਨਾ ਜੀ ਨੇ, ਆਮ ਇਹ ਪ੍ਰਚਾਰਕਾਂ ਦੀ ਕਹਿਣੀ ਹੁੰਦੀ ਹੈ ਵੀ ਧੰਨੇ ਨੇ ਪੱਥਰਾਂ ਵਿੱਚੋਂ ਪਾ ਲਿਆ। ਪੱਥਰ ਤਾਂ ਆਪਾਂ ਭਾਵੇਂ 10 ਰੱਖ ਲਓ, ਕਿ ਆਪਾਂ ਪਾ ਲਵਾਂਗੇ। ਗੱਲ ਕੀ ਸੀ? ਗੱਲ ਸੀ ਭਾਵਨਾ ਦੀ। ਜਿੰਨਾ ਚਿਰ ਭਾਵਨਾ ਨਹੀਂ ਬਣਦੀ ਨਾ ਅੰਦਰੋਂ, ਭਾਵੇਂ ਆਪਾਂ 10 ਪੱਥਰ ਰੱਖ ਲਓ, ਭਾਵਨਾ ਨੂੰ ਹੀ ਫਲ ਲੱਗਦੇ ਐ। ਭਾਵਨਾ ਹੋਵੇ ਗੁਰਮੁਖ ਪਿਆਰਿਓ ਤਾਂ ਪੱਥਰਾਂ ਵਿੱਚੋਂ ਵੀ ਪ੍ਰਗਟ ਹੋ ਜਾਂਦਾ ਹੈ। ਭਗਤ ਨਾਮਦੇਵ ਦੀ ਕਥਾ ਪੜ੍ਹੋ। ਭਗਤ ਨਾਮਦੇਵ ਜੀ ਨੇ ਮੂਰਤੀ ਦੇ ਵਿੱਚੋਂ ਹੀ ਪ੍ਰਗਟ ਕਰ ਲਿਆ। ਹੁਣ ਮੂਰਤੀਆਂ ਵਿੱਚ ਰੱਬ ਤੇ ਨਹੀਂ ਵਸਦਾ, ਪੱਥਰਾਂ ਵਿੱਚ ਰੱਬ ਤੇ ਨਹੀਂ ਵਸਦਾ, ਪਰ ਉਹਦੀ ਭਾਵਨਾ ਵਿੱਚੋਂ ਬਹੁਤ ਹੋਣਗੇ ਮੋਚੀ, ਪਰ ਭਗਤ ਰਵਿਦਾਸ ਵਰਗਾ ਮੋਚੀ ਨਹੀਂ ਹੋਣਾ। ਬੜੇ ਹੋਣਗੇ ਜੁਲਾਹੇ, ਖੱਡੀਆਂ ਬੁਣਨ ਵਾਲੇ, ਪਰ ਭਗਤ ਕਬੀਰ ਜੀ ਵਰਗਾ ਜੁਲਾਹਾ ਨਹੀਂ ਲੱਭਣਾ। ਜਿਨ੍ਹਾਂ ਨੇ ਆਪਣੇ ਕੰਮ ਦੇ ਵਿੱਚੋਂ, ਕਿਰਤ ਦੇ ਵਿੱਚੋਂ ਕਰਤੇ ਨੂੰ ਯਾਦ ਕੀਤਾ, ਕਿਰਤ ਵਿੱਚੋਂ ਕਰਤਾ ਪ੍ਰਗਟ ਕਰ ਲਿਆ, ਆਪਣੀ ਕਿਰਤ ਵਿਰਤ ਵਿੱਚੋਂ ਕਰਤੇ ਨੂੰ ਪ੍ਰਗਟ ਕੀਤਾ। ਸੋ ਵਿਸਥਾਰ ਵਿੱਚ ਜਾਣ ਦਾ ਸਮਾਂ ਨਹੀਂ। ਅੱਜ ਜੋ ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਵਿਆਹ ਦਿਵਸ ਹੈ। ਅੱਜ ਲੱਖ ਲੱਖ ਵਧਾਈ ਹੋਵੇ ਸਾਰੀ ਸੰਗਤ ਨੂੰ ਬਾਬੇ ਨਾਨਕ ਦੇ ਵਿਆਹ ਦਿਵਸ ਦੀ। ਤੇ ਨਾਲ ਹੀ ਜੋ ਇਹ ਸਮਾਗਮ ਰਚਿਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦਾ, ਤੇ ਨਾਲ ਹੀ ਬਾਬਾ ਸ੍ਰੀ ਚੰਦਰ ਜੀ ਮਹਾਰਾਜ, ਉਹਨਾਂ ਦੇ ਲਗਤੇ ਜਗਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ, ਉਹਨਾਂ ਦੇ ਅਵਤਾਰ ਦਿਹਾੜੇ ਨੂੰ ਮੁੱਖ ਰੱਖਦਿਆਂ ਆਪਾਂ ਸਾਰੇ ਇਕੱਠੇ ਹੋਏ ਆ। ਲੱਖ ਲੱਖ ਵਧਾਈ ਹੋਵੇ ਬਾਬਾ ਸ੍ਰੀ ਚੰਦਰ ਜੀ ਦੇ ਅਵਤਾਰ ਦਿਵਸ ਦੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਵਸ ਦੀ।
ਹੁਣ ਜੇ ਆਪਾਂ ਗੱਲ ਕਰੀਏ ਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਵਕਤ, ਉਸ ਵਕਤ ਧਿਆਨ ਲੈ ਕੇ ਜਾਓ ਕਿ ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੋਥੀਆਂ ਤੋਂ, ਗੁਟਕਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਥਾਪਿਤ ਕੀਤੇ, ਲਿਖਵਾਏ। ਜਿਨ੍ਹਾਂ ਨੂੰ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਹੀਂ ਸੀ ਕਿਹਾ ਜਾਂਦਾ, ਪੋਥੀ ਸਥਾਪਿਤ ਕੀਤਾ ਸੀ, ਪੋਥੀ ਕਰਕੇ ਜਾਣਿਆ ਜਾਂਦਾ ਸੀ। ਜਦੋਂ ਗੁਰਤਾ ਗੱਦੀ ਮਿਲੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨੰਦੇੜ ਸਾਹਿਬ ਗੁਰਤਾ ਗੱਦੀ ਦਿੱਤੀ, ਉਸ ਤੋਂ ਬਾਅਦ ਆਪਾਂ ਆਪਣੇ ਵਿੱਚ ਸੁਭਾਏਮਾਨ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸੋ ਸਭ ਤੋਂ ਪਹਿਲਾਂ ਗੱਲ ਚੱਲੀ ਸੀ ਕਿ ਜੀਵਨ ਤੋਂ, ਕਿ ਜੀਵਨ, ਕਈਆਂ ਦਾ ਜੀਵਨ ਐਸਾ ਹੁੰਦਾ ਹੈ ਉਹਨਾਂ ਦੇ ਜੀਵਨ ਤੋਂ ਹੀ ਸਿੱਖਿਆ ਮਿਲ ਜਾਂਦੀ ਹੈ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਜਿੱਥੇ ਜਾਂਦੇ, ਉਹਨਾਂ ਨੇ ਜੀਵਨ ਹੀ ਉਹਨਾਂ ਦਾ ਇਹੋ ਜਿਹਾ ਸੀ, ਉਹਨਾਂ ਦੇ ਜੀਵਨ ਤੋਂ ਹੀ ਪ੍ਰਭਾਵਿਤ ਹੋ ਕੇ ਉਹਨਾਂ ਤੋਂ ਐਸੇ ਕਰਮਾਂ ਤੋਂ, ਐਸੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਪਣੇ ਆਪ ਹੀ ਸਿਰ ਝੁਕਾ ਦਿੰਦੇ ਸਨ ਲੋਕ ਦੁਨੀਆ ਦੇ। ਹੁਣ ਗੱਲ ਜੀਵਨ ਦੀ ਚੱਲੀ ਹੈ। ਦੇਖੋ ਭਾਈ ਲਹਿਣਾ ਜੀ ਹੋਏ, ਦੂਸਰੇ ਪਾਤਸ਼ਾਹ ਜੀ ਗੁਰੂ ਅੰਗਦ ਪਾਤਸ਼ਾਹ ਜੀ ਬਣੇ। ਭਾਈ ਲਹਿਣਾ ਜੀ ਪਹਿਲਾਂ ਦੁਕਾਨ ਦਾ ਕੰਮ ਕਰਦੇ ਹੁੰਦੇ, ਦੁਕਾਨ ਤੇ ਸੌਦਾ ਵੇਚਦੇ ਹੁੰਦੇ ਭਾਈ ਲਹਿਣਾ ਜੀ। ਦੁਕਾਨ ਕਰੀ ਹੋਈ ਹੈ ਉੱਥੇ ਨਾ। ਇੱਕ ਵਾਰ ਸਿੰਘਾ ਗੱਜਣ ਜੀ ਗੁਰੂ ਨਾਨਕ ਜੀ ਦੇ ਅਨੰਨ ਸੇਵਕ ਸਨ, ਬਹੁਤ ਉਹਨਾਂ ਕੋਲ ਜਾ ਕੇ ਸੇਵਾ ਵੀ ਕਰਦੇ, ਉਹਨਾਂ ਦੀ ਬਾਣੀ ਵੀ ਪੜ੍ਹਦੇ, ਪੂਰੇ ਭੇਜੇ ਹੋਏ, ਪੂਰੇ ਸਾਧੂ, ਪੂਰਿਆਂ ਦੀ ਗੱਲ ਹੋ ਰਹੀ ਹੈ, ਅਧੂਰਿਆਂ ਦੀ ਨਹੀਂ। ਉਹਨਾਂ ਨੇ ਕੀ ਕੀਤਾ, ਗੱਲ ਜੀਵਨ ਤੋਂ ਚੱਲੀ ਹੈ ਨਾ, ਕਹਿੰਦੇ ਤੁਰਦੇ ਫਿਰਦੇ ਵੀ ਜਦੋਂ ਹੁਣ ਫੁੱਲ ਹੁੰਦੇ ਆ, ਫੁੱਲ ਜਿੱਥੇ ਗੇਂਦਾ ਹੁੰਦਾ, ਫੁੱਲ ਹੁੰਦਾ, ਉਹਦੀ ਵਾਸਨਾ ਆਲੇ ਦੁਆਲੇ ਆਪਣੇ ਆਪ ਹੀ ਫੈਲ ਜਾਂਦੀ ਹੈ। ਫੁੱਲ ਕਦੇ ਢੱਕ ਕੇ ਨਹੀਂ ਰੱਖੇ ਜਾਂਦੇ, ਗੰਦ ਨੂੰ ਢੱਕਿਆ ਜਾਂਦਾ, ਜਿਹੜਾ ਹਵਾੜ ਮਾਰਦੀ ਹੋਵੇ ਜਿੱਥੋਂ ਨਾ, ਉਹਨੂੰ ਢੱਕਿਆ ਜਾਂਦਾ। ਹੁਣ ਸਿੰਘਾਂ ਜੀ ਐਸੇ ਫੁੱਲ ਸਨ, ਉਹ ਜਿੱਥੇ ਜਾਂਦੇ ਨਾ ਜੀਵਨ ਬਦਲ ਕੇ ਰੱਖ ਦਿੰਦੇ ਸਨ। ਇੱਕ ਵਾਰ ਸਿੰਘਾਂ ਗੱਜਣ ਜੀ ਜਦੋਂ ਭਾਈ ਲਹਿਣਾ ਜੀ ਦੀ ਦੁਕਾਨ ਤੇ ਗਏ, ਲਗਾਤਾਰ ਮੀਂਹ ਪੈਂਦਿਆਂ 2-3 ਦਿਨ ਹੋ ਗਏ, ਦਿਹਾੜੀ ਨਹੀਂ ਮਿਲੀ। ਦਿਹਾੜੀ ਨਾ ਮਿਲਣ ਕਰਕੇ ਹੁਣ ਘਰ ਦਾ ਜਿਹੜਾ ਗੁਜ਼ਾਰਾ ਸੀ ਉਹ ਮੁਸ਼ਕਲ ਸੀ, ਕਿਉਂਕਿ ਦਿਹਾੜੀ ਕਰਦੇ ਸੀ ਤੇ ਤਾਂ ਕਰਕੇ ਉਹ ਜਾ ਕੇ ਬੱਚਿਆਂ ਨੂੰ ਪ੍ਰਸ਼ਾਦਾ ਛਕਾਉਂਦੇ। ਹੁਣ ਜਦੋਂ 2 ਦਿਨਾਂ ਬਾਅਦ ਮਸਾਂ ਦਿਹਾੜੀ ਮਿਲੀ, 2-3 ਦਿਨਾਂ ਬਾਅਦ, ਉਹ ਜਦੋਂ ਦਿਹਾੜੀ ਦੇ ਪੈਸੇ ਲੈ ਕੇ ਉਹ ਦੁਕਾਨ ਤੇ ਗਏ ਸਿੰਘਾਂ ਗੱਜਣ, ਤਾਂ ਅੱਗੋਂ ਭਾਈ ਲਹਿਣਾ ਜੀ ਨੇ ਉਹ ਆਟਾ ਤੋਲ ਦਿੱਤਾ, ਜਿੰਨਾ ਆਉਂਦਾ ਸੀ ਨਾ ਆਟਾ, ਉਹ ਤੋਲ ਕੇ ਕਹਿੰਦੇ ਲੈ ਵੀ ਆ ਲੈ ਜਾ। ਨਾਲ ਉਹ ਕਹਿੰਦੇ ਵੀ ਇਦਾਂ ਕਰੋ, ਥੋੜਾ ਜਿਹਾ ਲੂਣ ਵੀ ਪਾ ਦਿਓ, ਕਿਉਂਕਿ ਸਬਜ਼ੀ ਬਣਾਉਣ ਵਾਸਤੇ ਜਾਂ ਹੋਰ ਕੋਈ ਚੀਜ਼ ਬਣਾਉਣ ਵਾਸਤੇ ਮਾਇਆ ਤੇ ਹੈ ਨਹੀਂ, ਇਸੇ ਤਰ੍ਹਾਂ ਲੂਣ ਵਾਲੇ ਪ੍ਰਸ਼ਾਦੇ ਛਕ ਲਵਾਂਗੇ। ਲੂਣ ਭੁੱਕ ਦਿੱਤਾ ਤੇ ਨਾਲ ਆਟਾ ਜਿਹੜਾ ਸੀ ਬੜਾ ਥੋੜਾ ਸੀ, ਬਹੁਤ ਥੋੜਾ ਆਟਾ। ਉਹਨੇ ਸੋਚਿਆ ਵੀ ਘਰ ਦੇ 3 ਜੀ ਨੇ, ਇੱਕ ਛੋਟਾ ਜਿਹਾ ਬੱਚਾ ਸੀ, ਇੱਕ ਆਪ ਉਹਦੇ ਘਰ ਵਾਲੀ ਹੈ, ਇੱਕ ਸਿੰਘਾਂ ਗੱਜਣ ਜੀ ਨੇ, 3 ਜਾਣੇ। ਛੋਟਾ ਜੇ ਤੇ ਉਹ ਤਾਂ ਬੱਚਾ ਤੇ ਛੋਟਾ ਦੀ ਬਿਲਕੁਲ, ਵੈਸੇ ਤੇ 2 ਜਾਣੇ। ਉਹ ਕਹਿੰਦੇ 2 ਜਾਣਿਆਂ ਵਿੱਚ ਵੀ ਪ੍ਰਸ਼ਾਦਾ ਇਹ ਨਹੀਂ ਰੱਜ ਕੇ ਆਉਣਾ, ਤਾਂ ਕਰਕੇ ਉਹਨੇ ਕੀ ਕੀਤਾ ਨਾ, ਆਪਣਾ 1 ਬੁੱਕ ਭਰ ਕੇ ਹੋਰ ਆਟੇ ਦਾ ਸਿੰਘਾਂ ਗੱਜਣ ਜੀ ਦੇ ਆਟੇ ਵਿੱਚ ਪਾ ਦਿੱਤਾ। ਜੋ ਸਿੰਘਾਂ ਗੱਜਣ ਜੀ ਨੇ ਦੇਖਿਆ ਵੀ ਆਹ ਆਟਾ ਇਹਨੇ ਹੋਰ ਪਾ ਦਿੱਤਾ, ਜਿੰਨਾ ਤੋਲ ਸੀ ਉਹ ਪੂਰਾ ਹੋ ਗਿਆ, ਜਿੰਨਾ ਤੋਲ ਸੀ ਉਹ ਪੂਰਾ ਹੋ ਗਿਆ, ਆ ਇਹਨੇ ਉੱਪਰ ਆਟਾ ਹੋਰ ਪਾ ਦਿੱਤਾ। ਉਹ ਕਹਿੰਦੇ ਜੀ ਆਹ ਆਟਾ ਉੱਪਰ ਜਿਹੜਾ ਪਾਇਆ ਇਹ ਕੱਢ ਲਓ, ਇਹ ਆਟਾ ਮੈਂ ਨਹੀਂ ਲੈ ਕੇ ਜਾਣਾ। ਉਹ ਕਹਿੰਦੇ ਕੋਈ ਗੱਲ ਨਹੀਂ, 2-3 ਦਿਨ ਹੋ ਗਏ ਆ, ਤੇਰੀ ਦਿਹਾੜੀ ਨਹੀਂ ਲੱਗੀ, ਮਾਇਆ ਘੱਟ ਹੈ, ਕੋਈ ਗੱਲ ਨਹੀਂ, ਆਟਾ ਲੈ ਜਾ। ਉਹ ਕਹਿੰਦਾ ਨਹੀਂ, ਮੇਰੇ ਗੁਰੂ ਦਾ ਹੁਕਮ ਹੈ। ਕਹਿੰਦੇ ਕੀ ਹੁਕਮ ਹੈ? ਗੱਲ ਚੱਲੀ ਸੀ ਨਾ ਜੀਵਨ ਤੋਂ, ਉਹਨਾਂ ਦਾ ਜੀਵਨ ਹੀ ਪ੍ਰਚਾਰ ਹੁੰਦਾ। ਜਿਹੜੇ
ਗੁਰੂ ਨਾਨਕ ਦੇ ਰਾਹ ਤੇ ਤੁਰ ਪਏ, ਉਹਨਾਂ ਦਾ ਜੀਵਨ ਹੀ ਪ੍ਰਚਾਰ ਹੈ। ਆਖਣ ਲੱਗੇ ਮੇਰੇ ਗੁਰੂ ਦਾ ਹੁਕਮ ਹੈ। ਕੀ ਹੁਕਮ ਹੈ? ਹੱਕ ਪਰਾਇਆ ਨਾਨਕਾ ਉਸ ਸੁਅਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾ ਮਰਦਾਨਾ। ਉਹ ਮੇਰੇ ਗੁਰੂ ਦਾ ਹੁਕਮ ਹੈ ਕਿ ਪਰਾਇਆ ਹੱਕ ਨਹੀਂ ਖਾਣਾ। ਇਹ ਜਿਹੜਾ ਤੇਰਾ ਮੇਰਾ ਹੱਕ ਬਣਦਾ ਇਹ ਰੱਖ ਦੇ, ਜਿਹੜਾ ਤੈਂ ਉੱਪਰ ਪਾਇਆ ਆ ਹੋਰ ਆਟਾ ਇਹਨੂੰ ਕੱਢ ਲੈ, ਕਿਉਂਕਿ ਮੇਰੇ ਗੁਰੂ ਦਾ ਹੁਕਮ ਹੈ ਹੱਕ ਪਰਾਇਆ ਨਾਨਕਾ। ਹੋ ਗੁਰੂਆਂ ਪੀਰਾਂ ਨੇ ਪਰਨੀ ਨਾ ਤੇਰੀ ਹਾਮੀ ਓਏ, ਪਰਾਇਆ ਹੱਕ ਖਾਣ ਵਾਲਿਆ। ਪੀਰਾਂ ਨੇ ਪਰਨੀ ਨਾ ਤੇਰੀ ਹਾਮੀ, ਪਰਾਇਆ ਹੱਕ ਖਾਣ ਵਾਲਿਆ। ਪੀਰਾਂ ਨੇ ਪਰਨੀ ਨਾ ਤੇਰੀ ਹਾਮੀ, ਪਰਾਇਆ ਹੱਕ ਖਾਣ ਵਾਲਿਆ। ਗੁਰ ਪੀਰਾਂ ਨੇ ਪਰਨੀ ਨਾ ਤੇਰੀ ਹਾਮੀ, ਪਰਾਇਆ ਹੱਕ ਖਾਣ ਵਾਲਿਆ। ਪੀਰਾਂ ਨੇ ਪਰਨੀ ਨਾ ਤੇਰੀ ਹਾਮੀ ਓਏ, ਪਰਾਇਆ ਹੱਕ ਖਾਣ ਵਾਲਿਆ। ਗੁਰੂਆਂ ਪੀਰਾਂ ਨੇ ਪਰਨੀ ਨਾ ਤੇਰੀ ਹਾਮੀ ਓਏ, ਪਰਾਇਆ ਹੱਕ ਖਾਣ ਵਾਲਿਆ। ਹੋ ਪਰਾਇਆ ਹੱਕ ਜੀ ਖਾਣ ਵਾਲਿਆ, ਪਰਾਇਆ ਹੱਕ ਜੀ ਖਾਣ ਵਾਲਿਆ। ਹੋ ਪਰਾਇਆ ਹੱਕ ਜੀ ਖਾਣ ਵਾਲਿਆ, ਪਰਾਇਆ ਹੱਕ ਜੀ ਖਾਣ ਵਾਲਿਆ। ਹੱਕ ਜੀ ਖਾਣ ਵਾਲਿਆ, ਪਰਾਇਆ ਹੱਕ ਜੀ ਖਾਣ ਵਾਲਿਆ। ਗੁਰੂਆਂ ਪੀਰਾਂ ਨੇ ਪਰਨੀ ਨਾ ਤੇਰੀ ਹਾਮੀ, ਪਰਾਇਆ ਹੱਕ ਖਾਣ ਵਾਲਿਆ। ਗੁਰੂਆਂ ਪੀਰਾਂ ਨੇ ਪਰਨੀ ਨਾ ਤੇਰੀ ਹਾਮੀ ਓਏ, ਪਰਾਇਆ ਹੱਕ ਖਾਣ ਵਾਲਿਆ। ਗੁਰ ਪੀਰਾਂ ਨੇ ਪਰਨੀ ਨਾ ਤੇਰੀ ਹਾਮੀ ਓਏ, ਪਰਾਇਆ ਹੱਕ ਖਾਣ ਵਾਲਿਆ। ਗੁਰ ਪੀਰਾਂ ਨੇ ਪਰਨੀ ਨਾ ਤੇਰੀ ਹਾਮੀ ਓਏ, ਪਰਾਇਆ ਹੱਕ ਖਾਣ ਵਾਲਿਆ। ਪੀਰਾਂ ਨੇ ਪਰਨੀ ਨਾ ਤੇਰੀ ਹਾਮੀ ਓਏ, ਪਰਾਇਆ ਹੱਕ ਖਾਣ ਵਾਲਿਆ। ਗੁਰੂਆਂ ਪੀਰਾਂ ਨੇ ਪਰਨੀ ਨਾ ਤੇਰੀ ਹਾਮੀ ਓਏ, ਪਰਾਇਆ ਹੱਕ ਖਾਣ ਵਾਲਿਆ। ਮੇਰੇ ਗੁਰੂ ਦਾ ਹੁਕਮ ਹੈ ਕਿ ਪਰਾਇਆ ਹੱਕ ਨਹੀਂ ਖਾਣਾ, ਇਸ ਕਰਕੇ ਜਿਹੜਾ ਆਟਾ ਪਾਇਆ ਇਹਨੂੰ ਕੱਢ ਲੈ। ਉਹ ਹੈਰਾਨ ਹੋ ਗਿਆ, ਕਿਉਂਕਿ ਉਹਨਾਂ ਦਾ ਜੀਵਨ ਹੀ ਪ੍ਰਚਾਰ ਹੁੰਦਾ। ਜਿਹੜੇ ਗੁਰਮੁਖ ਸੱਚੇ ਰਾਹ ਤੇ ਚੱਲੇ ਹੋਣ, ਉਹ ਰਿਸ਼ਤੇਦਾਰੀਆਂ ਵਿੱਚ ਜਾਂਦੇ ਨੇ, ਉਹ ਮਿੱਤਰ ਦੋਸਤਾਂ ਕੋਲ ਜਾਂਦੇ ਨੇ, ਉਹਨਾਂ ਦੇ ਜੀਵਨ ਤੋਂ ਹੀ ਪ੍ਰਭਾਵਿਤ ਹੋ ਜਾਂਦੇ ਆ। ਤੁਰਦਾ ਫਿਰਦਾ ਉਹਨਾਂ ਦਾ ਜੀਵਨ ਹੀ ਪ੍ਰਚਾਰ ਹੈ। ਉਹ ਹੈਰਾਨ ਹੋ ਗਿਆ ਵੇਖ ਕੇ, ਭਾਈ ਲਹਿਣਾ ਜੀ ਹੈਰਾਨ ਹੋ ਗਏ। ਉਹ ਕਹਿੰਦੇ ਐਸੇ ਵੀ ਸਿੱਖ ਨੇ? ਕਹਿੰਦੇ ਵੇਖਦੇ ਆ ਬਈ ਥੋੜਾ ਜਿਹਾ ਆਟਾ ਹੈ, 2 ਦਿਨਾਂ ਬਾਅਦ, ਕਿਉਂਕਿ ਦੁਕਾਨ ਤੋਂ ਮੇਰੀ ਤੋਂ ਹੀ ਲੈ ਜਾਂਦਾ, 2 ਦਿਨਾਂ ਬਾਅਦ ਲੈ ਕੇ ਗਿਆ। ਬਈ ਵੇਖਦੇ ਆ ਵੀ ਇਹ ਛਕਦਾ ਕਿਵੇਂ ਆ ਘਰ ਜਾ ਕੇ, ਵੀ ਕਿਵੇਂ ਇਹ ਇੰਨੇ ਕਾਟੇ ਨਾਲ ਸਾਰਦੇ ਕਿਵੇਂ ਨੇ। ਹੁਣ ਭਾਈ ਲਹਿਣਾ ਜੀ ਘਰ ਗਏ, ਵਾਹਿਗੁਰੂ ਭਾਈ ਸਿੰਘਾਂ ਜੀ ਘਰ ਗਏ। ਭਾਈ ਲਹਿਣਾ ਜੀ ਨਾ ਪਿੱਛੇ ਪਿੱਛੇ ਉਹਦੇ ਦੁਕਾਨ ਬੰਦ ਕਰਕੇ ਪਿੱਛੇ ਪਿੱਛੇ ਗਏ। ਦੇਖਦੇ ਆ ਉਹ ਤਾਕੀ ਵਿੱਚ ਦੀ ਵੇਖਣ ਲੱਗ ਗਿਆ। ਉਹਨੇ ਕੀ ਕਰਿਆ, ਜਾ ਕੇ ਭਾਈ ਸਿੰਘਾਂ ਜੀ ਨੇ ਉਹ ਆਟਾ ਆਪਣੇ ਘਰ ਵਾਲੀ ਨੂੰ ਦੇ ਦਿੱਤਾ। ਆਖਣ ਲੱਗਾ ਭਾਗਵਾਨੇ ਲੈ ਪ੍ਰਸ਼ਾਦੇ ਤਿਆਰ ਕਰ। ਪ੍ਰਸ਼ਾਦੇ ਤਿਆਰ ਕੀਤੇ, ਪ੍ਰਸ਼ਾਦੇ ਤਿਆਰ ਕੀਤੇ ਤੇ ਪ੍ਰਸ਼ਾਦੇ ਕਿੰਨੇ ਬਣੇ? ਸਿਰਫ 3 ਪ੍ਰਸ਼ਾਦੇ ਬਣੇ। ਹੁਣ ਜਦੋਂ 3 ਪ੍ਰਸ਼ਾਦੇ ਬਣੇ
ਸਿੰਘਾਂ ਜੀ ਕਹਿਣ ਲੱਗੇ ਆਪਣੇ ਘਰ ਵਾਲੀ ਨੂੰ ਵੀ ਇਹ ਪ੍ਰਸ਼ਾਦੇ 2 ਤੂੰ ਛਕ ਲੈ, 1 ਮੈਂ ਛਕ ਲੈਣਾ, ਕਿਉਂਕਿ ਤੇਰੇ ਕੋਲ ਬੱਚਾ ਹੈ, ਇਸ ਕਰਕੇ ਤੈਨੂੰ ਵੱਧ ਲੋੜ ਹੈ ਪ੍ਰਸ਼ਾਦੇ ਦੀ, ਇਸ ਕਰਕੇ ਤੂੰ ਛਕ ਲੈ। ਉਹਦੇ ਘਰ ਵਾਲੀ ਕਹਿਣ ਲੱਗੀ ਨਹੀਂ ਜੀ, ਤੁਸੀਂ ਕੰਮ ਕਾਰ ਕਰਦੇ ਹੋ, ਤੁਹਾਨੂੰ ਵੱਧ ਲੋੜ ਹੈ ਪ੍ਰਸ਼ਾਦੇ ਦੀ, ਤੁਸੀਂ ਛਕ ਲਓ। ਉਹ ਕਹਿੰਦਾ ਤੂੰ ਛਕ ਲੈ, ਉਹਦੇ ਘਰ ਵਾਲੀ ਕਹਿੰਦੀ ਤੂੰ ਛਕ ਲੈ। ਦੋਨਾਂ ਵਿੱਚ ਇਸ ਤਰ੍ਹਾਂ ਗੱਲਬਾਤ ਹੋ ਰਹੀ ਹੈ। ਸਮਾਂ ਲੰਘਿਆ, ਕਹਿੰਦੇ ਨੇ ਬਾਹਰੋਂ ਆਵਾਜ਼ ਆਈ, ਬਾਹਰੋਂ ਆਵਾਜ਼ ਆਈ, ਪ੍ਰਮਾਤਮਾ ਨੇ ਪਰਚਾ ਪਾ ਦਿੱਤਾ। ਭਾਈ ਸਿੰਘਾਂ ਜੀ ਤੇ ਐਸਾ ਪਰਚਾ ਪਾਇਆ, ਕਿਉਂਕਿ ਪਰਚੇ ਪੈਂਦੇ ਆਏ ਆ। ਕਹਿੰਦੇ ਹੁਣ ਐਸਾ ਪਰਚਾ ਪਾਇਆ, ਕਹਿੰਦੇ ਬਾਹਰੋਂ ਆਵਾਜ਼ ਆਈ ਕਿ ਬਹੁਤ ਭੁੱਖ ਲੱਗੀ ਹੈ, ਕੋਈ ਪ੍ਰਸ਼ਾਦਾ ਮਿਲ ਜਾਏਗਾ। ਭਾਈ ਸਿੰਘਾਂ ਜੀ ਕਹਿਣ ਲੱਗੇ, ਕਹਿੰਦੇ ਹੱਸ ਕੇ ਕਹਿੰਦੇ ਵੇਖ ਭਗਵਾਨੇ, ਆਪਾਂ 1 ਪ੍ਰਸ਼ਾਦੇ ਪਿੱਛੇ ਤੂੰ ਕਹਿੰਦੀ ਸੀ ਤੂੰ ਛਕ ਲੈ, ਮੈਂ ਕਹਿੰਦਾ ਸੀ ਤੂੰ ਛਕ ਲੈ, ਲੈ ਪ੍ਰਮਾਤਮਾ ਨੇ ਆਪ ਹੀ ਭੇਜ ਦਿੱਤਾ। ਆ ਬਾਹਰ ਇੱਕ ਸਾਧੂ ਆਇਆ, ਲੈ ਪ੍ਰਸ਼ਾਦਾ ਉਹਨੂੰ ਦਿਆ। ਜਦੋਂ ਪ੍ਰਸ਼ਾਦਾ ਕਹਿੰਦੇ ਉਹਦੇ ਘਰ ਵਾਲੀ ਦੇਣ ਵਾਸਤੇ ਗਈ ਨਾ, ਅਜੇ ਦੇਖ ਕੇ ਮੁੜੀ ਹੈ ਇੱਥੋਂ, ਮੁੜਦਿਆਂ ਮੁੜਦਿਆਂ ਕਹਿੰਦੇ ਆ ਕੇ ਹਜੇ ਬਹਿ ਕੇ ਛਕਣ ਲੱਗੀ, ਲਓ 1-1 ਛਕ ਲੈਂਦੇ ਆ। ਕਹਿੰਦੇ ਜਦੋਂ 1-1 ਪ੍ਰਸ਼ਾਦਾ ਛਕਣ ਲੱਗੇ, ਫੇਰ ਆਵਾਜ਼ ਆ ਗਈ, ਕਹਿੰਦੇ ਪ੍ਰਸ਼ਾਦਾ ਹੋਰ ਹੈ, ਭੁੱਖ ਬਹੁਤ ਲੱਗੀ ਹੈ। ਉਹ ਕਹਿੰਦਾ ਭਗਵਾਨੇ ਕੋਈ ਗੱਲ ਨਹੀਂ, ਆਪਾਂ ਅੱਧਾ ਛਕ ਲਵਾਂਗੇ, ਆ ਲੈ ਪ੍ਰਸ਼ਾਦਾ ਉਹਨੂੰ ਦਿਆ। ਉਹ ਦੂਸਰਾ ਪ੍ਰਸ਼ਾਦਾ ਵੀ ਉਹਨੂੰ ਦੇ ਦਿੱਤਾ। ਅਜੇ ਆ ਕੇ ਬੈਠਣ ਹੀ ਲੱਗੀ ਸੀ ਤੇ ਫੇਰ ਕਹਿ ਦਿੱਤਾ, ਕਹਿੰਦੇ ਤੀਸਰਾ ਪ੍ਰਸ਼ਾਦਾ, 1 ਪ੍ਰਸ਼ਾਦਾ ਬਚਿਆ ਕਿ ਹੋਰ ਪ੍ਰਸ਼ਾਦਾ ਹੈ, ਭੁੱਖ ਬਹੁਤ ਲੱਗੀ ਹੈ। ਤੇ ਕਹਿੰਦੇ ਨੇ ਭਾਈ ਸਿੰਘਾਂ ਜੀ ਨੇ ਕੋਈ ਪਰਵਾਹ ਨਹੀਂ ਕੀਤੀ। ਕਹਿੰਦਾ ਜਿੱਥੇ ਇੰਨਾ ਚਿਰ ਹੋ ਗਿਆ, ਇੰਨੇ ਦਿਨ 2 ਦਿਨ ਹੋ ਗਏ ਭੁੱਖਿਆਂ ਨੂੰ, ਕਹਿੰਦਾ 1 ਦਿਨ ਹੋਰ ਲੰਘਾ ਲਵਾਂਗੇ, ਕੋਈ ਗੱਲ ਨਹੀਂ। ਆਹ ਪ੍ਰਸ਼ਾਦਾ ਵੀ ਉਹਨੂੰ ਦਿਆ, 3 ਪ੍ਰਸ਼ਾਦੇ ਦੇ ਦਿੱਤੇ। ਹੁਣ ਲਹਿਣਾ ਜੀ ਉਹ ਤਾਕੀ ਵਿੱਚ ਦੀ ਵੇਖ ਰਹੇ ਸਨ। ਤਾਕੀ ਵਿੱਚ ਵੇਖ ਕੇ ਉੱਥੇ ਫਿਰ ਭਾਈ ਲਹਿਣਾ ਜੀ ਨੂੰ ਕਹਿਣਾ ਪੈ ਗਿਆ। ਭਾਈ ਲਹਿਣਾ ਜੀ ਹੈਰਾਨ ਹੋ ਗਏ, ਹੈਰਾਨ ਹੋ ਗਏ। ਉਹ ਐਸੇ ਸਿੱਖ ਵੀ ਹਨ, ਐਸੇ ਪ੍ਰੇਮੀ ਵੀ ਹਨ। ਉਹ ਰੰਗ ਹੱਸਦੇ ਰੰਗਾਂ ਦੇ ਵਿੱਚ ਰੋਂਦੇ ਨੇ, ਪਰਵਾਹ ਨਾ ਕਿਸੇ ਦੀ ਕਰਦੇ। ਰੰਗ ਹੱਸਦੇ ਰੰਗਾਂ ਦੇ ਵਿੱਚ ਰੋਂਦੇ ਨੇ, ਪਰਵਾਹ ਨਾ ਕਿਸੇ ਦੀ ਕਰਦੇ। ਰੰਗ ਹੱਸਦੇ ਰੰਗਾਂ ਦੇ ਵਿੱਚ ਰੋਂਦੇ ਨੇ, ਪਰਵਾਹ ਨਾ ਕਿਸੇ ਦੀ ਕਰਦੇ। ਹੱਸਦੇ ਰੰਗਾਂ ਦੇ ਵਿੱਚ ਰੋਂਦੇ ਨੇ, ਪਰਵਾਹ ਨਾ ਕਿਸੇ ਦੀ ਕਰਦੇ। ਕਿਸੇ ਦੀ ਕਰਦੇ। ਰੰਗ ਹੱਸਦੇ ਰੰਗਾਂ ਦੇ ਵਿੱਚ ਰੋਂਦੇ ਨੇ, ਪਰਵਾਹ ਨਾ ਕਿਸੇ ਦੀ ਕਰਦੇ। ਪਰਵਾਹ ਨਾ ਜੀ ਕਿਸੇ ਦੀ ਕਰਦੇ, ਪਰਵਾਹ ਨਾ ਜੀ ਕਿਸੇ ਦੀ ਕਰਦੇ। ਪਰਵਾਹ ਨਾ ਜੀ ਕਿਸੇ ਦੀ ਕਰਦੇ। ਪਰਵਾਹ ਜੀ ਕਿਸੇ ਦੀ ਕਰਦੇ। ਪਰਵਾਹ ਨਾ ਜੀ ਕਿਸੇ ਦੀ ਕਰਦੇ। ਪਰਵਾਹ ਨਾ ਜੀ ਕਿਸੇ ਦੀ ਕਰਦੇ। ਰੰਗ ਹੱਸਦੇ ਰੰਗਾਂ ਦੇ ਵਿੱਚ ਰੋਂਦੇ ਨੇ, ਪਰਵਾਹ ਨਾ ਕਿਸੇ ਦੀ ਕਰਦੇ। ਰੰਗ ਹੱਸਦੇ ਰੰਗਾਂ ਦੇ ਵਿੱਚ ਰੋਂਦੇ ਨੇ, ਪਰਵਾਹ ਨਾ ਕਿਸੇ ਦੀ ਕਰਦੇ। ਰੰਗ ਹੱਸਦੇ ਰੰਗਾਂ ਦੇ ਵਿੱਚ ਰੋਂਦੇ ਨੇ, ਪਰਵਾਹ ਨਾ ਕਿਸੇ ਦੀ ਕਰਦੇ। ਰੰਗ ਹੱਸਦੇ ਰੰਗਾਂ ਦੇ ਵਿੱਚ ਰੋਂਦੇ ਨੇ, ਪਰਵਾਹ ਨਾ ਕਿਸੇ ਦੀ ਕਰਦੇ। ਰੰਗ ਹੱਸਦੇ
ਰੋਂਦੇ ਨੇ ਪਰਵਾਹ ਨਾ ਕਿਸੇ ਦੀ ਕਰਦੇ ਰੰਗ ਹੱਸਦੇ ਰੰਗਾਂਦੇ ਵਿੱਚ ਰੋਂਦੇ ਨੇ ਪਰਵਾਹ ਨਾ ਕਿਸੇ ਦੀ ਕਰਦੇ। ਹੈਰਾਨ ਹੋ ਗਿਆ ਵੇਖ ਕੇ। ਉੱਥੋਂ ਰੰਗ ਲੱਗਿਆ ਸੀ ਭਾਈ ਲਹਿਣਾ ਜੀ ਨੂੰ। ਭਾਈ ਲਹਿਣਾ ਜੀ ਨੂੰ ਉੱਥੋਂ ਰੰਗ ਲੱਗਿਆ। ਪੁੱਛਿਆ ਸਿੰਘਾਂ ਜੀ ਨੂੰ, ਕਿੱਥੋਂ ਇਹ ਸਿੱਖਿਆ ਕਿੱਥੋਂ ਲਈ ਹੈ ਤੈਂ? ਆਖਿਆ ਮੇਰੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਇਹ ਸਿੱਖਿਆ ਲਈ ਹੈ। ਇੰਨੀ ਦ੍ਰਿੜਤਾ ਤੇਰੇ ਵਿੱਚ ਕਿੱਥੋਂ ਆ ਗਈ? ਉਹ ਕਹਿੰਦਾ ਇੰਨੀ ਦ੍ਰਿੜਤਾ ਮੇਰੇ ਵਿੱਚ ਬਾਣੀ ਪੜ੍ਹ ਕੇ ਆਈ ਹੈ, ਕਿਉਂਕਿ ਮੇਰੇ ਗੁਰੂ ਦਾ ਹੁਕਮ ਹੈ ਬਾਣੀ ਪੜ੍ਹਨੀ ਹੈ। ਗੁਰਮੁਖੋ, ਜੇ ਅੱਜ ਅਸੀਂ ਵਿਸਰੇ ਫਿਰਦੇ ਹਾਂ ਤਾਂ ਸਾਡੇ ਵਿੱਚੋਂ ਅੰਮ੍ਰਿਤ ਵੇਲਾ ਬਹੁਤ ਨੇ ਛੱਡ ਦਿੱਤਾ। ਕਈ ਤੇ ਹੁਣ ਇੱਥੋਂ ਤੱਕ ਕਹਿ ਦਿੰਦੇ ਆ ਵੀ ਅਸੀਂ ਤੇ ਜੀ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਨੂੰ ਹੀ ਮੰਨਦੇ ਹਾਂ ਇਕੱਲਾ, ਵੀ ਅਸੀਂ ਹੋਰ ਜਿਵੇਂ 10ਵਾਂ ਗ੍ਰੰਥ ਹੈ ਜਾਂ ਹੋਰ ਗ੍ਰੰਥ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਹੁਕਮ ਨੇ ਉਹ ਨਹੀਂ ਮੰਨਦੇ। ਗੁਰਮੁਖੋ, ਜਿਹੜੇ ਇੱਦਾਂ ਆਖਦੇ ਆ ਨਾ, ਜਿਹੜੇ ਇੱਦਾਂ ਕਹਿੰਦੇ ਨੇ ਵੀ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਦੇ ਹਾਂ, ਠੀਕ ਹੈ, ਧੰਨਤਾ ਦੇ ਯੋਗ ਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਦੇ ਆ, ਪਰ ਉਹ ਜਕਾਰਾ ਵੀ ਛੱਡਦੇ ਨੇ। ਜਕਾਰਾ ਹੁਣ ਕਾਹ 'ਚ ਲਿਖਿਆ? 10ਵੇਂ ਗ੍ਰੰਥ ਵਿੱਚ ਲਿਖਿਆ। ਜਦੋਂ ਫਤਿਹ ਬੁਲਾਉਣੇ ਆਪਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇਹ ਫਤਿਹ ਦਾ ਜਕਾਰਾ ਕਿੱਥੇ ਲਿਖਿਆ? ਉਹ ਫਤਿਹ ਵੀ ਬੁਲਾਉਂਦੇ ਆ। ਜਦੋਂ ਉਹ ਦੀਵਾਨ ਲਾਉਂਦੇ ਨੇ ਜਾਂ ਕੋਈ ਪ੍ਰਚਾਰ ਕਰਦੇ ਨੇ, ਉਹ ਫਤਿਹ ਵੀ ਬੁਲਾਉਂਦੇ ਨੇ। ਉਹ ਫਿਰ ਫਤਿਹ ਉਹ ਕਿੱਥੇ ਲਿਖੀ ਹੈ? ਉਹ ਵੀ 10ਵੇਂ ਗ੍ਰੰਥ ਵਿੱਚ ਲਿਖੀ ਹੈ। ਅਰਦਾਸ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਖਲੋ ਕੇ, ਨਾਲੇ ਤੇ ਨਿੰਦਿਆ ਕਰਦੇ ਆ 10ਵੇਂ ਗ੍ਰੰਥ ਦੀ, ਤੇ ਨਾਲ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅਰਦਾਸ ਵੀ ਕਰਦੇ ਨੇ ਖਲੋ ਕੇ। ਉਹ ਅਰਦਾਸ ਕਿੱਥੇ ਲਿਖੀ ਹੈ ਭਾਈ? ਉਹ ਵੀ 10ਵੇਂ ਗ੍ਰੰਥ ਵਿੱਚ ਲਿਖੀ ਹੈ। ਨਾਲੇ 10ਵੇਂ ਗ੍ਰੰਥ ਦੇ ਵਿਰੋਧੀ ਤੇ ਨਾਲੇ 10ਵੇਂ ਗ੍ਰੰਥ ਉਹਦੇ ਜੋ ਵਿੱਚ ਲਿਖਿਆ 10ਵੇਂ ਗ੍ਰੰਥ ਦੇ ਵਿੱਚ ਨਾਲੇ ਸਾਰਾ ਕੁਝ ਕਰਦੇ ਹੈ। ਗੁਜਰਾਤ ਦੇ ਵਿੱਚ ਬਾਬਾ ਸ੍ਰੀ ਚੰਦਰ ਜੀ ਦਾ ਬਹੁਤ ਵੱਡਾ ਸਥਾਨ ਹੈ। ਗੁਜਰਾਤ ਦੇ ਵਿੱਚ ਬਹੁਤ ਵੱਡਾ ਸਥਾਨ ਹੈ, ਤਪ ਸਥਾਨ ਬਾਬਾ ਸ੍ਰੀ ਚੰਦਰ ਜੀ ਦਾ। ਉੱਥੇ ਥੋੜੀ ਜਿਹੀ ਵਾਰਤਾ ਸੁਣਾ ਕੇ ਸਮਾਪਤੀ ਕਰਾਂਗੇ ਬਾਬਾ ਸ੍ਰੀ ਚੰਦਰ ਜੀ ਦਾ, ਕਿਉਂਕਿ ਅੱਜ ਆਗਮਨ ਪੁਰਬ ਨੂੰ ਮੁੱਖ ਰੱਖਦੇ ਹਾਂ ਆਪਾਂ ਇਕੱਠੇ ਹੋਏ ਹਾਂ। ਤੇ ਉੱਥੇ ਨਾਲ ਹੀ ਗੋਰਖਨਾਥ ਦਾ ਤਪ ਸਥਾਨ ਹੈ। ਗੋਰਖਨਾਥ ਨੇ ਉੱਥੇ ਬਹੁਤ ਸਿੱਧ ਪ੍ਰਗਟ ਕੀਤੇ ਸਨ ਤਪ ਕਰਕੇ। ਉੱਥੇ ਗੁਰਨਾਰ ਦੇ ਵਿੱਚ, ਔਰ ਉੱਥੇ ਬਾਬਾ ਸ੍ਰੀ ਚੰਦਰ ਜੀ ਗਏ। ਗੁਜਰਾਤ ਦੇ ਵਿੱਚ ਸਥਾਨ ਬਣਿਆ। ਉੱਥੇ ਸੱਜੇ ਪਾਸੇ ਬਾਬਾ ਸ੍ਰੀ ਚੰਦਰ ਜੀ ਦਾ ਧੂਣਾ ਵੀ ਹੈ, ਤੇ ਉੱਥੇ ਜਾ ਕੇ ਬਹੁਤ ਤਪ ਕੀਤਾ ਬਾਬਾ ਸ੍ਰੀ ਚੰਦਰ ਜੀ ਨੇ। ਇੱਕ ਵਾਰ ਦੀ ਗੱਲ ਹੈ ਕਿ ਬਾਬਾ ਸ੍ਰੀ ਚੰਦਰ ਜੀ ਇੱਕ ਵਾਰ, ਜੋ ਕਿ ਦੱਤਾਤਰੇਆ ਇੱਕ ਬਹੁਤ ਵੱਡੇ ਮਹਾਂਪੁਰਸ਼ ਹੋਏ ਨੇ, ਦੱਤਾਤਰੇਆ, ਉਹਨਾਂ ਦਾ ਲਵੀ ਅਸਥਾਨ ਸੀ। ਉੱਥੇ ਇੱਥੋਂ ਤੱਕ ਲਿਖਿਆ, ਕਹਿੰਦੇ ਉਹਨਾਂ ਨੇ ਗੰਗਾ ਪ੍ਰਗਟ ਕਰ ਲਈ ਸੀ ਉੱਥੇ ਆਪਣੇ ਅਸਥਾਨ ਤੇ ਗੰਗਾ। ਉੱਥੇ ਕਹਿੰਦੇ ਇਸ਼ਨਾਨ ਕਰਨ ਵਾਸਤੇ ਸਾਰੇ ਜਾਂਦੇ ਹੁੰਦੇ। ਹੁਣ ਬਾਬਾ ਸ੍ਰੀ ਚੰਦਰ ਜੀ ਵੀ ਗਏ। ਬਾਬਾ ਸ੍ਰੀ ਚੰਦਰ ਜੀ ਨੇ ਜਾ ਕੇ ਕਿਹਾ ਵੀ ਇਸ਼ਨਾਨ ਕਰਨ ਵਾਸਤੇ ਆਇਆ। ਉਹਨਾਂ ਨੇ ਇਹ ਗੱਲ ਦੀ ਘਿਰਣਾ ਕੀਤੀ। ਕਹਿੰਦੇ ਜੀ ਤੁਹਾਨੂੰ ਇਹ ਅਸੀਂ ਇੱਥੇ ਇਸ਼ਨਾਨ ਕਰਨ ਨਹੀਂ ਦੇਣਾ, ਤੁਸੀਂ ਚਲੇ ਜਾਓ ਇੱਥੋਂ। ਘਿਰਣਾ ਕੀਤੀ, ਆਪਣੇ ਆਪ ਨੂੰ ਉੱਚਾ ਤੇ ਉਹਨਾਂ ਨੂੰ ਨੀਵਾਂ ਦੱਸਿਆ। ਤੇ ਬਾਣੀ ਵਿੱਚ ਫਿਰ ਕੀ ਕਿਹਾ? ਕਹਿੰਦੇ ਸਿਮਲ ਰੁੱਖ ਸਰਾਏਰਾ ਅਤ ਧੀਰ ਗਤ ਮੁੱਚ, ਓਏ ਜੇ ਆਵੇ ਆਸ ਕਰ ਜਾਏ ਨਰਾਸੇ ਕਿਤ, ਫਲ ਫਿੱਕੇ ਫੁੱਲ ਬੱਕ ਬੱਕੇ ਕੰਮ ਨਾ ਆਵੇ ਪਤ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ। ਭਾਈ ਨੀਵੇਂ ਰੁੱਖਾਂ ਨੂੰ ਫਲ ਲੱਗਦਾ। ਉਹਨੇ ਹੰਕਾਰ ਕਰਿਆ ਦੱਤਾਤਰੇਆ ਨੇ। ਇਹ ਸਾਨੂੰ ਵੀ ਸਤਿਗੁਰੂ ਨੇ ਸਿੱਖਿਆ ਦਿੱਤੀ ਹੈ। ਹੋ ਨੀਵੇਂ ਥਾਂ ਤੇ ਜਲ ਥਲ ਹੋ ਜੇ, ਹੰਕਾਰ ਨਾ ਕਰੀ ਕਦੇ ਵਾਸਤੇ। ਇਹ ਤੇ ਗੁਰੂ ਨਾਨਕ ਦਾ ਗਿੱਧਾ ਭਾਵੇਂ ਪੁੱਠਾ ਭਾਵੇਂ ਸਿੱਧਾ, ਕੋਈ
ਵਧੀਆ ਕਰ ਲੈਂਦਾ ਹੈ। ਕੋਈ ਜਸ ਪ੍ਰਮਾਤਮਾ ਦਾ ਕਿਵੇਂ ਕਰਦਾ, ਕੋਈ ਆਪਾਂ ਗੱਲ ਇੱਥੇ ਸ਼ੁਰੂ ਕੀਤੀ ਸੀ, ਕੋਈ ਕਿਸੇ ਨੇ ਕਿਵੇਂ ਪਾਲਿਆ, ਕਿਸੇ ਨੇ ਕਿਵੇਂ ਪਾਲਿਆ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨੀ, ਹਰ ਹਰ ਪੀਜੈ ਰਾਮ ਰਾਜੇ। ਇਹ ਤੇ ਗੱਲ ਪ੍ਰੇਮ ਦੀ ਹੈ। ਉਹ ਨੀਵੇਂ ਥਾਂ ਤੇ ਜਲ ਥਲ ਹੋ ਜੇ, ਉਹ ਟਿੱਬੇ ਤਾਂ ਸੁੱਕੇ ਹੀ ਰਹਿੰਦੇ ਨੇ। ਨੀਵੇਂ ਥਾਂ ਤੇ ਜਲ ਥਲ ਹੋ ਜੇ, ਟਿੱਬੇ ਤਾਂ ਸੁੱਕੇ ਹੀ ਰਹਿੰਦੇ ਨੇ। ਨੀਵੇਂ ਥਾਂ ਤੇ ਜਲ ਥਲ ਹੋ ਜੇ, ਟਿੱਬੇ ਤਾਂ ਸੁੱਕੇ ਹੀ ਰਹਿੰਦੇ ਨੇ। ਨੀਵੇਂ ਥਾਂ ਤੇ ਜਲ ਥਲ ਹੋ ਜੇ, ਟਿੱਬੇ ਤਾਂ ਸੁੱਕੇ ਹੀ ਰਹਿੰਦੇ ਨੇ। ਨੀਵੇਂ ਥਾਂ ਤੇ ਜਲ ਥਲ ਹੋ ਜੇ, ਟਿੱਬੇ ਤਾਂ ਸੁੱਕੇ ਹੀ ਰਹਿੰਦੇ ਨੇ। ਨੀਵੇਂ ਥਾਂ ਤੇ ਜਲ ਥਲ ਹੋ ਜੇ, ਟਿੱਬੇ ਤਾਂ ਸੁੱਕੇ ਹੀ ਰਹਿੰਦੇ ਨੇ। ਸੁੱਕੇ ਹੀ ਰਹਿੰਦੇ ਨੇ, ਸੁੱਕੇ ਹੀ ਰਹਿੰਦੇ ਨੇ। ਟਿੱਬੇ ਸੁੱਕੇ ਹੀ ਰਹਿੰਦੇ ਨੇ, ਸੁੱਕੇ ਹੀ ਰਹਿੰਦੇ ਨੇ। ਟਿੱਬੇ ਸੁੱਕੇ ਹੀ ਰਹਿੰਦੇ ਨੇ, ਸੁੱਕੇ ਹੀ ਰਹਿੰਦੇ। ਟਿੱਬੇ ਸੁੱਕੇ ਹੀ ਰਹਿੰਦੇ ਨੇ, ਸੁੱਕੇ ਹੀ ਰਹਿੰਦੇ ਨੇ। ਟਿੱਬੇ ਤਾਂ ਸੁੱਕੇ ਹੀ ਰਹਿੰਦੇ ਨੇ, ਸੁੱਕੇ ਹੀ ਰਹਿੰਦੇ ਨੇ। ਟਿੱਬੇ ਤਾਂ ਸੁੱਕੇ ਹੀ ਰਹਿੰਦੇ ਨੇ। ਨੀਵੇਂ ਥਾਂ ਤੇ ਜਲ ਥਲ ਹੋ ਜੇ, ਨੀਵੇਂ ਪੌਣ ਮਰਾਦਾਂ ਉੱਚੀਆਂ ਉੱਚੇ ਤਾਂ ਖਾਲੀ ਰਹਿੰਦੇ ਨੇ। ਨੀਵੇਂ ਪੌਣ ਮਰਾਦਾਂ ਉੱਚੀਆਂ ਉੱਚੇ ਤਾਂ ਖਾਲੀ ਰਹਿੰਦੇ ਨੇ। ਨੀਵੇਂ ਪੌਣ ਮਰਾਦਾਂ ਉੱਚੀਆਂ ਟਿੱਬੇ ਤਾਂ ਖਾਲੀ ਰਹਿੰਦੇ ਨੇ। ਨੀਵੇਂ ਪੌਣ ਮਰਾਦਾਂ ਉੱਚੀਆਂ ਟਿੱਬੇ ਤਾਂ ਸੁੱਕੇ ਹੀ ਰਹਿੰਦੇ ਨੇ। ਨੀਵੇਂ ਪੌਣ ਮਰਾਦਾਂ ਉੱਚੀਆਂ ਟਿੱਬੇ ਤਾਂ ਖਾਲੀ ਰਹਿੰਦੇ ਨੇ। ਨੀਵੇਂ ਪੌਣ ਮਰਾਦਾਂ ਉੱਚੀਆਂ ਟਿੱਬੇ ਤਾਂ ਖਾਲੀ ਰਹਿੰਦੇ ਨੇ। ਵਿਸਥਾਰ ਵਿੱਚ ਜਾਣ ਦਾ ਸਮਾਂ ਨਹੀਂ, 1-2 ਮਿੰਟਾਂ ਵਿੱਚ ਆਪਾਂ ਸਮਾਪਤੀ ਕਰਾਂਗੇ। ਕਹਿੰਦੇ ਉੱਥੋਂ ਫਿਰ ਦੱਤਾਤਰੇਆ ਨੇ ਈਰਖਾ ਕੀਤੀ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਨਾਲ। ਕਹਿੰਦੇ ਨਹੀਂ, ਇੱਥੋਂ ਇਸ਼ਨਾਨ ਨਹੀਂ ਤੈਨੂੰ ਕਰਨ ਦਿੱਤਾ ਜਾਏਗਾ। ਤਾਂ ਉਸ ਵਕਤ ਕਹਿੰਦੇ ਕੋਈ ਗੱਲ ਨਹੀਂ, ਚਲੋ ਆ ਸਾਡਾ ਇੱਕ ਭਾਂਡਾ, ਇਹਦੇ ਵਿੱਚ ਜਲ ਦੇ ਦਿਓ, ਇਹਦੇ ਵਿੱਚ ਪਾਣੀ ਪਾ ਦਿਓ। ਕਹਿੰਦੇ ਉਸ ਵਕਤ ਥੋੜਾ ਜਿਹਾ ਜਲ ਉੱਥੋਂ ਲੈ ਕੇ ਆਏ ਕੁੰਡ ਦੇ ਵਿੱਚੋਂ, ਆ ਕੇ ਆਪਣੇ ਲਵੇ ਇੱਕ ਕੁੰਡ ਪਿਆ ਸੀ, ਉਹਦੇ ਵਿੱਚ ਕਹਿੰਦੇ ਪਾ ਦਿੱਤਾ ਬਾਬਾ ਸ੍ਰੀ ਚੰਦਰ ਜੀ ਨੇ। ਇਹ ਗੱਲ ਗੁਜਰਾਤ ਦੀ ਹੈ, ਬਹੁਤ ਵੱਡਾ ਸਥਾਨ ਹੈ ਬਾਬਾ ਸ੍ਰੀ ਚੰਦਰ ਜੀ ਦਾ ਉੱਥੇ। ਤੇ ਕਹਿੰਦੇ ਉੱਥੋਂ ਗੰਗਾ ਵਗਣ ਲਾ ਦਿੱਤੀ, ਗੱਜ ਕੇ ਆਖੋ ਸਤਨਾਮ। ਅੱਜ ਤੱਕ ਗੰਗਾ ਵਗਦੀ ਹੈ। ਉਹਦਾ ਕਹਿੰਦੇ ਜਿਹੜਾ ਜਿਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਹ ਝਰਨਾ ਸੁਕਾ ਦਿੱਤਾ ਸੀ ਨਾ, ਇਸੇ ਤਰ੍ਹਾਂ ਉਹਦਾ ਜਿਹੜਾ ਸਾਰਾ ਕੁੰਡ ਸੀ ਉਹ ਸੁੱਕ ਗਿਆ। ਤੇ ਬਾਬਾ ਸ੍ਰੀ ਚੰਦਰ ਜੀ ਦਾ ਅੱਜ ਤੱਕ ਉਹ ਕੁੰਡ ਚੱਲ ਰਿਹਾ ਹੈ। ਸੋ ਆਓ, ਤਕਰੀਬਨ ਮਹਾਂਪੁਰਸ਼ ਸਾਧੂ ਸੰਤ ਮਹਾਤਮਾ ਪਹੁੰਚੇ ਹੋਏ ਨੇ। ਸੋ ਆ ਜੀ ਆਇਆਂ ਕਿਹਾ ਜਾਂਦਾ ਹੈ। ਸੰਤ ਬਾਬਾ ਹਰਬੰਸ ਸਿੰਘ ਜੀ ਜੈਨਪੁਰ ਵਾਲੇ, ਜੋ ਕਿ ਬਹੁਤ ਹੀ ਰਸ ਭਿੰਨਾ ਕੀਰਤਨ ਕਰਦੇ ਨੇ, ਬਹੁਤ ਵਧੀਆ ਪ੍ਰਚਾਰਕ ਨੇ। ਹੋਰ ਵੀ ਮਹਾਂਪੁਰਸ਼ ਪਹੁੰਚੇ ਨੇ। ਸੋ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ, ਜੋ ਕਿ ਗ੍ਰੰਥੀ ਸਭਾ ਦੇ ਪ੍ਰਧਾਨ ਵੀ ਨੇ, ਉਹ ਵੀ ਪਹੁੰਚੇ ਨੇ, ਦਰਸ਼ਨ ਦਿੱਤੇ ਨੇ। ਹੋਰ ਵੀ ਜਿਨ੍ਹਾਂ ਦੇ ਨਾਂ ਨਹੀਂ ਜਾਣਦੇ ਮਹਾਂਪੁਰਖ ਪਹੁੰਚੇ ਨੇ, ਧੰਨਵਾਦ ਹੈ। ਸੋ ਵਧਾਈਆਂ ਹੋਣ ਬਾਬਾ ਰਣਜੋਤ ਸਿੰਘ ਜੀ ਨੂੰ, ਜਿਨ੍ਹਾਂ ਨੇ ਇੰਨਾ ਵੱਡਾ ਸਮਾਗਮ ਰਚਿਆ। 3 ਦਿਨਾਂ ਦਾ ਸਮਾਗਮ, ਉਹਨਾਂ ਦੇ ਕਰਕੇ ਆ ਸਾਰੇ ਸਾਧੂ ਸੰਤਾਂ ਦੇ ਮਹਾਂਪੁਰਸ਼ਾਂ ਦੇ ਦਰਸ਼ਨ ਹੋ ਰਹੇ ਨੇ। ਸੋ ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਸਮਾਗਮ ਅੱਗੇ ਆਉਣ ਵਾਲੇ ਸਮਾਗਮ ਵੀ ਸਤਿਗੁਰੂ ਜੀ ਇਸੇ ਤਰ੍ਹਾਂ ਮਿਹਰ ਭਰੇ ਹੱਥ ਰੱਖਣ ਔਰ ਸਮਾਗਮ ਕਰਾਉਣ ਦਾ ਬਲ ਉਦਮ ਬਖਸ਼ਿਸ਼ ਕਰਦੇ ਰਹਿਣ। ਆਓ ਇੰਨੀਆਂ ਕੁ ਵਿਚਾਰਾਂ ਔਰ ਪ੍ਰਵਾਨ ਕਰਿਓ। ਹੋਈਆਂ ਭੁੱਲਾਂ ਦੀ ਖੇਮਾ ਕਰਨੀ, ਅੱਗੇ ਵਾਸਤੇ ਸਤਿਗੁਰ ਪਾਤਸ਼ਾਹ ਮਹਾਰਾਜ ਸਮੱਤ ਬਖਸ਼ਿਸ਼ ਕਰਨ।
बहुत बहुत धन्नवाद समूह संगतां दा जो कि गुरु के चरणों में पहुँच के हाज़रियां लवाइयां। एक बारी फिर धन गुरु ग्रंथ साहिब महाराज जी के पहले प्रकाश दिहाड़े नूं और जो कि बाबा श्री चंद्र जी जन्म दिहाड़े नूं ते नाल ही गुरु नानक जी का अज विआह दिवस है। सो सारे दिवस नूं मुख रखदे आ। सो सारियां संगतां नूं लख लख बधाई होवे। किरपा करन सतगुरु जी इसे तरह समागम रचन के बल नूं बख्शिश करदे रहन। बुलाओ फतेह। गजबाज के आखो जी वाहिगुरू जी का खालसा वाहिगुरू जी की फतेह।